ਚੰਡੀਗੜ੍ਹ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਦੇ ਲਈ ਅੱਜ ਪੋਲਿੰਗ ਆ ਉਹ ਹੋ ਰਹੀ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਤੋਂ ਐਮਪੀ ਕਿਰਨ ਖੇਰ ਨੇ ਜਿਹੜੇ ਉਹ ਪਹੁੰਚੇ ਨੇ ਸੈਕਟਰ 7 ਵਿਖੇ ਆਪਣੀ ਕੀਮਤੀ ਵੋਟ ਪਾਉਣ ਦੇ ਲਈ ਕਿਰਨ ਖੇਰ ਪਹੁੰਚ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਵਿਜ਼ੂਅਲਸ ਦੇ ਵਿੱਚ ਤੇ ਸੈਕਟਰ 7 ਉਹਨਾਂ ਦੇ ਘਰ ਦੇ ਨਾਲ ਜਿਹੜਾ ਪੋਲਿੰਗ ਬੂਥ ਬਣਾਇਆ ਗਿਆ ਗਵਰਨਮੈਂਟ ਨਰਸਰੀ ਸਕੂਲ ਦੇ ਵਿੱਚ, ਉੱਥੇ ਕਿਰਨ ਖੇਰ ਜੀ ਪਹੁੰਚੇ ਨੇ। ਅੱਜ ਦੱਸਦੀ ਹੈ ਕਿ 24 ਦਸੰਬਰ ਨੂੰ ਪੋਲਿੰਗ ਹੈ ਜਿਹੜੀ ਉਹ ਹੋ ਰਹੀ ਹੈਗੀ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਦੇ ਲਈ। ਸੋ ਐਮਪੀ ਨੇ ਕਿਰਨ ਖੇਰ ਜੋ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ, ਵੋਟ ਪਾਉਣ ਦੇ ਲਈ ਇਹਨਾਂ ਇਲੈਕਸ਼ਨਸ ਦੇ ਚੱਲਦੇ ਸੈਕਟਰ 7 ਪਹੁੰਚੇ ਹੋਏ ਨੇ। ਸੋ ਜਿੱਥੇ ਵੋਟ ਹੈ ਇਹਨਾਂ ਵੱਲੋਂ ਪਾਇਆ ਜਾਊਗਾ, ਤੁਸੀਂ ਦੇਖ ਸਕਦੇ ਹੋ। यहाँ पर आज पहुंची है और बड़े लंबे समय ਕਾਫੀ ਸਮੇਂ ਤੋਂ ਕਿਰਨ ਖੇਰ ਨੇ ਜਿਹੜੇ ਉਹ ਸ਼ਹਿਰ 'ਚ ਦੇਖੇ ਨਹੀਂ ਗਏ ਸੀਗੇ ਪਿਛਲੇ। ਸੋ ਅੱਜ ਵੋਟ ਪਾਉਣ ਦੇ ਲਈ ਆਏ ਹੋਏ ਨੇ। ਵੋਟ ਹੈ ਜਿਹੜੀ ਸੈਕਟਰ 7 ਦੇ ਪੋਲਿੰਗ ਬੂਥ ਦੇ ਵਿੱਚ ਟ੍ਰੀਟਮੈਂਟ ਕਰਾਉਣ ਗਈ ਸੀ, ਹੈ ਨਾ। ਹਾਂਜੀ ਹਾਂਜੀ ਸ਼ਹਿਰ ਵਿੱਚ ਦੇਖੇ ਨਹੀਂ ਗਏ, ਤੁਸੀਂ ਤਾਂ ਬਹੁਤ ਦੇਖੇ ਜਾਂਦੇ ਹੋ ਇੱਥੇ। ਤੁਹਾਡੇ ਆਪੋਜੀਸ਼ਨ ਪਾਰਟੀ ਲਗਾਤਾਰ ਕਹਿ ਰਹੀ ਹੈ, ਆਪੋਜੀਸ਼ਨ ਪਾਰਟੀ ਨੇ ਤਾਂ ਹੀ ਕਹਿਣਾ ਮੈਂ ਫਿਰ ਅਸੀਂ ਵੀ ਰੱਬ ਨਾ ਕਰੇ ਉਹਨਾਂ ਦੇ ਘਰ ਕੋਈ ਬਿਮਾਰ ਪਏ ਬਲੱਡ ਕੈਂਸਰ ਨਾਲ। ਮੈਡਮ ਇੱਕ ਵਾਰੀ ਵੋਟ ਕਰਿਓ। ਸੋ ਐਮਪੀ ਕਿਰਨ ਖੇਰ ਆਪਣੀ ਵੋਟ ਪਾਉਣ ਦੇ ਲਈ ਗਏ ਨੇ ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲੱਗਦੇ ਨੇ ਕਿ ਕਾਫੀ ਸਮੇਂ ਤੋਂ ਦੇਖੇ ਨਹੀਂ ਗਏ ਨੇ। ਹਾਲਾਂਕਿ ਉਹਨਾਂ ਦੇ ਹੀ ਜਿਹੜੇ ਟੀਮ ਦੇ ਹਿੱਸਾ ਨੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਦਸੰਬਰ ਤੋਂ ਬਾਅਦ ਉਹ ਚੰਡੀਗੜ੍ਹ 'ਚ ਨਹੀਂ ਆਏ ਸੀ ਕਿਉਂਕਿ ਹੈਲਥ ਇਸ਼ੂਜ਼ ਕਰਕੇ, ਸੀਰੀਅਸ ਹੈਲਥ ਇਸ਼ੂਜ਼ ਕਰਕੇ ਬੰਬੇ ਦੇ ਵਿੱਚ ਹੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਅੱਜ ਖਾਸ ਤੌਰ ਤੇ ਪਹੁੰਚੇ ਨੇ ਸੈਕਟਰ 7 ਦੇ ਵਿੱਚ ਜਿਹੜਾ ਪੋਲਿੰਗ ਬੂਥ ਜਿਹੜਾ ਲੱਗਿਆ ਹੋਇਆ। ਸੋ ਉੱਥੇ ਵੋਟ ਪਾਉਣਗੇ ਕਿਰਨ ਖੇਰ। ਸੋ ਟੋਟਲ 35 ਵਾਰਡ ਨੇ ਅੱਜ ਜਿੱਥੇ ਐਮਸੀ ਇਲੈਕਸ਼ਨਸ ਦੇ ਲਈ ਪੋਲਿੰਗ ਹੈ ਜਿਹੜੀ ਕੀਤੀ ਜਾਣੀ। ਟੋਟਲ 35 ਵਾਰਡ ਨੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ। ਸੋ ਜਿਹਦੇ ਲਈ 694 ਬੂਥਸ ਨੇ ਜਿਹੜੇ ਉਹ ਸੈਟਅਪ ਕੀਤੇ ਗਏ ਨੇ, ਜਿਹਦੇ ਵਿੱਚ 212 ਪੋਲਿੰਗ ਸਟੇਸ਼ਨਸ ਜਿਹੜੇ ਨੇ ਉਹ ਬਣਦੇ ਨੇ ਤੇ ਦੱਸ ਦਈਏ ਕਿ ਟੋਟਲ 203 ਉਮੀਦਵਾਰ ਨੇ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ 203 ਉਮੀਦਵਾਰ ਨੇ ਜਿਹੜੇ ਮੈਦਾਨ 'ਚ ਉਤਰੇ ਨੇ, ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਵੋਟਿੰਗ ਅੱਜ 7:30 ਵਜੇ ਸਵੇਰੇ ਸ਼ੁਰੂ ਹੋ ਚੁੱਕੀ ਸੀਗੀ ਤੇ 5 ਵਜੇ ਤੱਕ, ਸ਼ਾਮ ਨੂੰ 5 ਵਜੇ ਤੱਕ ਜਿਹੜੀ ਵੋਟਿੰਗ ਹੈ ਉਹ ਚੱਲੇਗੀ। ਸੋ ਫਿਲਹਾਲ ਤੁਹਾਨੂੰ ਜਿਸ ਤਰੀਕੇ ਨਾਲ ਦਿਖਾ ਰਹੇ ਹਾਂ ਕਿ ਐਮਪੀ ਕਿਰਨ ਖੇਰ ਆਏ ਨੇ ਖਾਸ ਤੌਰ ਤੇ ਆਪਣੀ ਵੋਟ ਹੈ ਜਿਹੜੀ ਉਹ ਪਾਉਣ ਦੇ ਲਈ। ਸੋ ਇਹ ਅੰਦਰ ਜਿੱਥੇ ਈਵੀਐਮ ਹੈ, ਜਿਹੜੀਆਂ ਈਵੀਐਮ ਮਸ਼ੀਨਸ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ, ਜਿੱਥੇ ਵੋਟਾਂ ਜਿਹੜੀਆਂ ਨੇ ਉਹ ਚੰਡੀਗੜ੍ਹ ਰੈਜ਼ੀਡੈਂਟਸ ਵੱਲੋਂ ਪਾਈਆਂ ਜਾ ਰਹੀਆਂ ਤੇ ਕਿਰਨ ਖੇਰ ਆਪਣੀ ਵੋਟ ਹੈ ਜਿਹੜੀ ਉਹ ਵੀ ਇੱਥੇ ਪਾ ਰਹੇ ਨੇ। ਸੋ ਦੱਸ ਦਈਏ ਕਿ 5 ਵਜੇ ਤੱਕ ਵੋਟਿੰਗ ਚੱਲੂਗੀ ਤੇ ਇਸ ਵਾਰ ਖਾਸ ਤੌਰ ਤੇ ਕਿਉਂਕਿ ਕੋਵਿਡ ਦੇ ਕੇਸ ਨੇ ਜਿਹੜੇ ਉਹ ਵੀ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਥੋੜਾ ਕਰਕੇ ਵੱਧਦੇ ਨਜ਼ਰ ਆ ਰਹੇ ਨੇ। ਸੋ ਕੋਵਿਡ ਦੇ ਪੇਸ਼ੈਂਟਸ ਦੇ ਲਈ ਖਾਸ ਤੌਰ ਤੇ ਪ੍ਰਬੰਧ ਕੀਤੇ ਗਏ ਨੇ। ਆਖਰੀ ਜਿਹੜਾ 1 ਘੰਟਾ ਹੋਊਗਾ ਅੱਜ 4 ਤੋਂ 5 ਵਜੇ ਤੱਕ ਦਾ, ਸੋ ਉਹ ਜਿਹੜਾ ਸਮਾਂ ਹੈਗਾ ਉਹ ਕੋਵਿਡ ਪੇਸ਼ੈਂਟਸ ਦੇ ਲਈ ਰੱਖਿਆ ਗਿਆ ਹੈਗਾ, ਜਿਹਦੇ ਵਿੱਚ 97 ਪੇਸ਼ੈਂਟਸ ਦੀ ਜਿਹੜੀ ਲਿਸਟ ਤਿਆਰ ਕੀਤੀ ਗਈ ਹੈ। 97 ਕੋਵਿਡ ਪੇਸ਼ੈਂਟਸ ਨੇ ਜਿਹੜੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੀ ਵੋਟ ਹੈ ਜਿਹੜੀ ਉਹ ਪਾ ਸਕਦੇ ਨੇ। ਸੋ ਜਿਸ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਕਿ 694 ਬੂਥਸ ਜਿਹੜੇ ਬਣੇ ਹੋਏ ਨੇ ਤੇ ਔਨ ਐਵਰੇਜ ਬੇਸਿਸ ਦੇਖਿਆ ਜਾਵੇ ਤਾਂ ਲਗਭਗ ਇੱਕ ਬੂਥ ਤੇ 1000 ਵੋਟਰਸ ਨੇ ਜਿਹੜੇ ਉਹ ਬਣਦੇ ਨੇ ਜਿਹੜੇ ਅੱਜ ਵੋਟ ਪਾਉਣਗੇ ਤੇ ਸਿਕਿਉਰਿਟੀ ਦੇ ਪ੍ਰਬੰਧ ਆ ਜਿਹੜੇ ਉਹ ਵੀ ਕੀਤੇ ਹੋਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ। ਲਗਭਗ 6000 ਪੁਲਿਸ ਤੇ BSF ਦੇ ਜਿਹੜੇ ਅਧਿਕਾਰੀ ਨੇ ਉਹ ਤੈਨਾਤ ਨੇ ਵੱਖ-ਵੱਖ ਪੋਲਿੰਗ ਬੂਥਸ ਦੇ ਉੱਤੇ ਤਾਂ ਜੋ ਫ੍ਰੀ ਐਂਡ ਫੇਅਰ ਇਲੈਕਸ਼ਨਸ ਆ ਜਿਹੜੇ ਉਹ ਕੰਡਕਟ ਕੀਤੇ ਜਾਣ। ਦੱਸ ਦਈਏ ਕਿ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਨੇ 27 ਦਸੰਬਰ ਨੂੰ ਹੈ ਜਿਹੜੇ ਆਉਣਗੇ। ਸੋ ਐਮਪੀ ਕਿਰਨ ਖੇਰ ਆਪਣੀ ਵੋਟ ਪਾਉਣ ਦੇ ਲਈ ਅੰਦਰ ਜਾ ਰਹੇ ਨੇ, ਤੁਸੀਂ ਦੇਖ ਸਕਦੇ ਹੋ।
EVM ਮਸ਼ੀਨ ਹੈ ਜਿਹੜੀ ਉੱਥੇ ਪਹੁੰਚ ਚੁੱਕੇ ਨੇ ਤੇ ਵੋਟ ਉਹਨਾਂ ਵੱਲੋਂ ਪਾਈ ਜਾ ਰਹੀ ਹੈਗੀ ਸੈਕਟਰ 7 ਦੇ ਵਿੱਚ, ਜਿੱਥੇ ਉਹਨਾਂ ਦੀ ਰਿਹਾਇਸ਼ ਹੈਗੀ ਉਹਦੇ ਨੇੜੇ ਗਵਰਨਮੈਂਟ ਨਰਸਰੀ ਸਕੂਲ ਹੈ ਸੈਕਟਰ 7 ਦਾ, ਜਿੱਥੇ ਪੋਲਿੰਗ ਬੂਥ ਸੈਟਅਪ ਕੀਤਾ ਗਿਆ ਸੀਗਾ। ਤੇ ਕਿਰਨ ਖੇਰ ਜੀ ਹੁਣ ਵੋਟ ਆਪਣੀ ਹੈ ਉਹ ਪਾਉਂਦੇ ਹੋਏ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਸੋ ਇਸ ਤੋਂ ਬਾਅਦ ਕੋਸ਼ਿਸ਼ ਹੈ ਉਹ ਕੀਤੀ ਜਾਊਗੀ, ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤੇ ਕੀ ਅਪੀਲ ਕਰਦੇ ਨੇ ਲੋਕਾਂ ਨੂੰ, ਕੀ ਕਹਿੰਦੇ ਨੇ ਉਹ ਜ਼ਰੂਰ ਸੁਣਾਵਾਂਗੇ। पोस्ट बस ठीक है जी, ठीक है, बोल दीजिए बोल दीजिए बोल दीजिए। एक मिनट मैडम, तेनू तो कोई फिक्र ही नहीं, तेनू नासा पड़ाई घूमी फिरदा तो पहला मास्क पा, पहले तो मास्क पा, सेंटर च खड़े हो भाजी, मास्क पा, बिल्कुल सेंटर च खड़े हो। हां जी दसो हुन की पूछना। बीजेपी की जीत को कैसे बीजेपी की जीत को कैसे सुनिश्चित करते हैं नगर? सुनिश्चित करती हूँ तो सुनिश्चित ये करेंगे हमारे जो काउंसलर बनेंगे हैं जीतेंगे हम, और क्या। मैम किन्ने सैटिस्फाई हो आज वोटिंग हो रही है ते मैं बहुत सैटिस्फाइड हूँ, मैं अपनी वोट पाई जी। लुधियाना ब्लास्ट को लेके मैडम क्या कहना चाहोगे? इट्स वेरी सैड ਇਹੋ ਜੀ ਘਟਨਾ ਕਿਤੇ ਵੀ ਨਹੀਂ ਹੋਣੀ ਚਾਹੀਦੀ ਪੂਰੇ ਦੇਸ਼ ਵਿੱਚ। ਬਹੁਤ ਦੁੱਖ ਹੋਇਆ। ਅਨੁਪਮ ਤਾਂ ਕੱਲ ਲੁਧਿਆਣੇ ਸੀ, अनुपम जी वो तो आज निकले दिल्ली में। हाँ। मैडम कांग्रेस पार्टी का कहना है कि इस बार म्यूनिसिपल कारपोरेशन में कांग्रेस पार्टी विजय होकर आएगी। आहो जरूर, जिवें पिछली बार सत्यानाश किया थी इस बार भी आ गए। पवन बंसल जी का कहना है कि 813 करोड़ रुपए का बजट था जिसे 413 करोड़ एग्जीक्यूट किया बीजेपी ने 500। मैं आपको एक बात बताऊं, मैं बंसल साहब से एक दो बातें पूछना चाहती हूँ। मैं उनसे ये पूछना चाहती हूँ कि बंसल साहब जब आप इस शहर के MP थे, काफी टर्म्स थे ना वो, और सेंटर में थी सरकार हमारी उनकी, मतलब कांग्रेस की, मिनिस्टर भी थे वो, हमेशा रहे मिनिस्टर। चंडीगढ़ तो कभी कभी टच करते थे वो, और वो हमेशा बोलते थे अफसर नहीं सुनते जी, अफसर सेंट्रल गवर्नमेंट नहीं सुनते जिन्होंने उन्होंने इत्थे भेजिया, मिनिस्टरां दी नहीं सुनते तो किहदी सुनगे, साडी किवें सुन लेंदे, साडी तो सुन लेंदे, साडे काम भी कराए सारिਆਂ ने। तो मतलब ये बकवास गल है, इसको मानने वाली बात नहीं है। इतना बजट था, इतना ये था, भाई तुसी बही खाते खोल के बैठे हो, आपने काम क्या करा है आप ये बोलो ना। इनको मैंने कल बोला था कि बंसल साहब के समय पे आया था ये डंपिंग ग्राउंड, बंसल साहब मुझे अच्छे से याद है ने ये कॉन्ट्रैक्ट साइन कराया था उस कंपनी के साथ। मैं चंडीगढ़ 2013 में पार्टी में नहीं, मतलब पार्टी में थी लेकिन मैं सक्रिय नहीं थी यहाँ। मैं आई थी अपने पेरेंट्स के पास, मैं हर सर्दियों में आती थी छुट्टियां मनाने, तो मुझे पता चला कि राजेश कालिया डड्डू माजरा में दूसरे लोगों के साथ 2013 में बैठा हुआ है धरने पे, फास्ट पे हैं, और उसका फास्ट तोड़ाने के लिए मुझे बोला गया था टंडन जी ने कि वहाँ चलिए। कल इन्होंने बयान दिया है बंसल साहब ने कि जब तक हम थे तब तक डड्डू माजरा का प्लांट बहुत अच्छा काम कर रहा था, तो फिर इनको क्या जरूरत पड़ी थी उस प्लांट के खिलाफ वहां पर फास्ट करके बैठने की। तंग आए पड़े थे लोग, त्राही त्राही होती थी वहां, इतनी मक्खियां थी, इतने बच्चे और लोग बीमार पड़ रहे थे, बदबू आती थी। ये हमारे टाइम पे हम जब आए हैं हमने इतनी मुसीबत झेली। इनकी डंपिंग ग्राउंड इन्होंने ऐसा कॉन्ट्रैक्ट बनाया था उसमें कोई एग्जिट क्लॉज ही नहीं था, कोर्ट में जाओ भी तो आप उनको, कंपनी को निकाल नहीं सकते। क्या सोच के लाए थे बंसल साहब इसको? इधर उधर की बातों में लोगों को घुमा देते हैं। इनके आधे से 7 साल से कोई काम नहीं हुए, जितने काम हमारे कार्यकाल में हुई हैं कभी नहीं हुए, आप बैठ के गिन लीजिए। ਉਹ ਕਹਿੰਦੇ 1 ਨੰਬਰ ਤੇ ਸੀ, ਸ਼ਾਇਦ 66 ਨੰਬਰ ਤੇ ਆ ਗਿਆ ਹੁਣ। ਕਿਹੜਾ ਇੱਕ ਨੰਬਰ ਤੇ ਸੀ? ਇਹਨਾਂ ਦੇ ਵੇਲੇ ਵੀ ਮਾਰੀ ਜਾਂਦੇ ਆ, ਪੂਰੇ 38 ਸੈਕਟਰ ਤੱਕ ਬਦਬੂ ਫੈਲਾਈ ਹੋਈ ਸੀ ਇਹਨਾਂ ਨੇ। ਅਸੀਂ ਲੈਗੇਸੀ ਮਾਈਨਿੰਗ ਲੈ ਕੇ ਆਏ ਆ, ਹੁਣ ਐਡਾ ਢੇਰ ਬਣਿਆ, ਉਹਨੂੰ ਟਾਈਮ ਤਾਂ ਲੱਗੂਗਾ ਕੱਢਣ ਨੂੰ, ਸਾਲ 1.5 ਸਾਲ। ਉਹਦਾ ਮੁੱਦਾ ਬਣਾ ਨੂੰ ਲੈ ਕੇ ਬੜੇ ਗੰਦ ਪਾਇਆ, ਉਹਦਾ ਮੁੱਦਾ ਬਣਾ ਕੇ ਬੈਠੇ ਆ। ਚਲਾਕੀ ਦੇਖੋ ਅਗਲੇ ਦੀ ਹੈ। ਕਾਂਗਰਸ ਨੇ ਕਿਹਾ ਕਿ ਬੀਜੇਪੀ ਨੇ ਟੈਕਸ ਇੰਪੋਜ਼ ਕਰਨ ਦੇ ਇਲਾਵਾ ਹੋਰ ਕੀਤਾ ਹੀ ਕੁਝ ਨਹੀਂ। ਆਹੋ ਇਹਨਾਂ ਨੇ ਤਾਂ ਬਹੁਤ ਕੁਝ ਕੀਤਾ ਸੀ, ਇਹਨਾਂ ਨੇ ਕਿੰਨਾ ਕੁਝ ਕਮਾਲ ਕੀਤਾ ਸੀ ਪੂਰੇ ਪੰਜਾਬ ਵਿੱਚ, ਪੂਰੇ ਚੰਡੀਗੜ੍ਹ ਵਿੱਚ, ਉਹ ਸਾਰਿਆਂ ਨੂੰ ਪਤਾ। ਇਹ ਗਿਣਾ ਦੇਣ ਇਹਨਾਂ ਨੇ ਕੰਮ ਕਿਹੜੇ ਕੀਤੇ ਆ, ਕਿਹੜੇ ਕੰਮ ਕੀਤੇ ਸ਼ਹਿਰ ਲਈ। 2018 में ही चंडीगढ़ तीसरे नंबर पे था, 2021 में 66 नंबर पे आ गया। हाँ कुछ रीजंस होंगे उसके, देयर आर सम रीजंस,
which will be addressed. ऐसी बात नहीं। 2019 में जब प्लांट लगा मैम डड्डू माजरा का, महेशेंद्र सिंधु सर कब ने भी कब कब लेगेसी में, हाँ जी, तो उस टाइम आप सबने कहा कि 1.5 साल में वहाँ पे वो सब वो जी बीच में कोरोना का 1 साल आ गया ना, काम ही नहीं, काम रुक गए सारे। आपने कभी प्रोग्रेस रिपोर्ट अपने I am the chairperson for the advisory committee of this सुन लीजिए, yes of course I am the chairperson of the Smart City Advisory Committee। जो भी होता है हमारे शहर का मेयर वो हमारे साथ बैठता है। जो डड्डू माजरा में आज 20 फुट ऊंची दीवार लगी है वो मैंने ही लगवाई है ना, इससे पहले नहीं थी ना। लेगेसी माइनिंग भी मेरे समय पे ही आई है, नहीं थी ना, ऐसे था ना सारा गंद, तो क्या नहीं करा बताइए। हम तो पूरी कोशिश कर रहे हैं। पुत्र तू भी बीए दे इम्तिहान देना तो तेन 3 साल तो लगते आ। 2022 में नहीं आ सकता था क्योंकि 2020 में आपका पूरा का पूरा कोरोना के सारे कारण बिजली पानी फ्री देने की घोषणा भी कर दी चुनाव प्रचार। हाँ वो तो बस ऐसी चीजें घोषणा करते हैं, यहाँ पर आकर बोल गए हम तो चंडीगढ़ को दिल्ली जैसा बनाएंगे। भगवान बचाए हमको, अगर हमको दिल्ली में रहना पड़ा इस वक्त। जो इनका हाल हुआ था कोरोना के समय, इनके पास ऑक्सीजन नहीं था। चंडीगढ़ में 1 मिनट भी ऑक्सीजन की कमी नहीं आई। हमने टाइम पे ऑक्सीजन प्लांट बनाए थे कि नहीं। क्या सुधार बन रहा है उसका, डंपिंग ग्राउंड का वो निकल रहा है, अब उसको निकाला है कंपनी को, दूसरी आई। ਸੋ ਦੇਖਿਆ ਤੁਸੀਂ ਐਮਪੀ ਕਿਰਨ ਖੇਰ ਆਪਣੀ ਵੋਟ ਪਾਉਣ ਤੋਂ ਬਾਅਦ ਹੁਣ ਚਲੇ ਗਏ ਨੇ। ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈਗੀ ਹੈ ਤੇ ਕਲੇਮ ਕੀਤਾ ਗਿਆ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੀਜੇਪੀ ਹੈ ਜਿਹੜੀ ਉਹ ਜ਼ਰੂਰ ਜਿੱਤ ਵੱਲ ਵਧੂਗੀ। ਸੋ ਦੱਸ ਦਈਏ ਕਿ ਅੱਜ ਜਿਹੜੇ VOTING ਹੈ ਚੱਲ ਰਹੀ ਹੈਗੀ ਹੈ ਤੇ 27 ਤਰੀਕ ਨੂੰ ਰਿਜ਼ਲਟ ਆਉਣਗੇ। ਦੇਖਣ ਵਾਲੀ ਗੱਲ ਹੋਊਗੀ ਕਿ ਇਸ ਵਾਰ ਚੰਡੀਗੜ੍ਹ ਦੇ ਜਿਹੜੇ ਵਸਨੀਕ ਨੇ ਉਹ ਕਿਸ ਤਰੀਕੇ ਦਾ ਫਤਵਾ ਦਿੰਦੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।